ਤੇ ਫਿਰ ਅਜਿਹੀ ਕਿਹੜੀ ਗੱਲ ਹੋਈ ਕਿ ਸੈਣੀ ਸਾਹਿਬ ਤੇ 295 ਇਹ ਲਾ ਕੇ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ, ਜਦ ਕਿ ਉਹ ਪਰਚਾ ਬਣਦਾ ਹੀ ਨਹੀਂ ਸੀਗਾ। 295 ਇਹ ਨਾ ਤੇ ਇਹਨਾਂ ਨੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਨਾ ਇਹਨਾਂ ਨੇ ਕੋਈ ਮਰਜ਼ਾਦਾ ਦੇ ਉਲਟ ਕੁਝ ਆਖਿਆ, ਨਾ ਇਹਨਾਂ ਦੀ ਕੋਈ ਸੰਵਿਧਾਨਕ ਗਲਤੀ ਸੀ ਉੱਥੇ, ਨਾ ਕੋਈ ਅਪਰਾਧਿਕ ਗਲਤੀ ਸੀਗੀ। ਔਰ ਪਰਚਾ ਉਹਨਾਂ ਲੋਕਾਂ ਤੇ ਬਣਦਾ ਸੀਗਾ ਜਿਨ੍ਹਾਂ ਨੇ ਹੁਣ ਤੱਕ ਗੁਰੂ ਘਰ ਵਿੱਚ ਰਹਿ ਕੇ ਮਾਣ ਮਰਜ਼ਾਦਾ ਦੀਆਂ ਧੱਜੀਆਂ ਉਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ 1925 ਹੈ ਉਹਦੀਆਂ ਧੱਜੀਆਂ ਉਡਾਈਆਂ, ਕਿਉਂਕਿ ਜਦੋਂ ਮੈਂਬਰ ਹੀ ਹੈ ਨਹੀਂ ਜੀ, ਕਈ ਸਾਲਾਂ ਤੋਂ ਉਹਦੀ ਚੋਣ ਨਹੀਂ ਹੋਈ, ਉਹ ਲੰਮਸਮ ਚੱਲਿਆ ਰਹੇ। ਉੱਥੇ ਵੱਡੀ ਗੱਲ ਸੀ ਕਿ ਐਕਟ ਦੇ ਖਿਲਾਫ ਜਾ ਕੇ ਉਹ ਕਬਜ਼ਾ ਕਰੀ ਬੈਠੇ। ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ, ਇੱਕ ਟੱਬਰ ਦਾ ਮੂੰਹ ਬਣਾ ਕੇ ਰੱਖ ਦਿੱਤਾ। ਉੱਥੇ ਵੀ ਸਾਰਾ ਕੁਝ ਗਲਤ ਹੋਇਆ। ਹੁਣ ਪਰਚਾ ਤਾਂ ਇਹ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਵੇਚ ਦੇਣੇ, 9,92,886 ਅੰਗ ਚੋਰੀ ਛਾਪ ਦੇਣੇ, 2,04,536 ਅੰਗ ਲਾਪਤਾ ਕਰ ਦੇਣੇ, 9,82,700 ਰੁਪਈਆ ਸਿਆਹੀ ਤੇ ਕਾਗਜ਼ ਦਾ ਖਾ ਜਾਣਾ। ਔਰ ਭਾਈ ਖੋਸੇ ਹੋਣਾ ਨੂੰ ਜੇਲ੍ਹ ਹੋਈ, 19 ਮਹੀਨੇ ਜੇਲ੍ਹ 'ਚ ਰੱਖਿਆ, ਕੇਸ ਪਾਏ। ਉਹਦੇ ਨਾਲ ਦੇ ਸਾਥੀਆਂ ਦੀਆਂ ਲੱਤਾਂ ਬਾਹਾਂ ਤੋੜੀਆਂ, ਹਸਪੀਟਲਾਂ 'ਚ ਪਹੁੰਚਾਇਆ, ਨਜਾਇਜ਼ ਉਹਨਾਂ ਨੂੰ ਤੰਗ ਕੀਤਾ। ਔਰ 10 ਦਿਨ ਦੀ ਚੁੱਪ ਤੋਂ ਬਾਅਦ ਉਹ ਮੋਰਚਾ ਲਾ ਕੇ 35 ਮਹੀਨੇ ਸਾਨੂੰ ਬੈਠਿਆਂ ਨੂੰ ਹੋ ਗਏ। ਹੁਣ ਚਾਹੀਦਾ ਸੀ ਮਾਨ ਸਰਕਾਰ ਉਹਨਾਂ ਲੋਕਾਂ ਦੋਸ਼ੀਆਂ ਤੇ ਪਰਚਾ ਕਰਕੇ ਗੁਰੂ ਪੰਥ ਨੂੰ, ਜੋ ਸੈਣੀ ਸਾਹਿਬ ਕਹਿ ਰਹੇ ਸੀ ਕਈ ਮਹੀਨਿਆਂ ਤੋਂ ਅਸੀਂ ਬੋਲ ਰਹੇ ਹਾਂ, ਸਾਨੂੰ ਸਾਰਿਆਂ ਨੂੰ ਇਨਸਾਫ ਦਿੰਦੇ, ਅਸੀਂ ਸਮਝਦੇ ਬਦਲਾ ਆ ਗਿਆ। ਅਕਸਰ ਕਿਹਾ ਜਾਂਦਾ ਹੈ ਕਿ ਜੰਗ ਕੋਈ ਵੀ ਜਿੱਤਣੀ ਔਖੀ ਨਹੀਂ, ਬਸ ਹੌਸਲਾ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਅੱਜ ਭਾਈ ਬਲਦੇਵ ਸਿੰਘ ਜੀ ਵਡਾਲਾ ਜੀ ਨੇ SGPC ਨੂੰ ਲੈ ਕੇ, ਉਸ ਦੇ ਵਿੱਚ ਆਈਆਂ ਊਣਤਾਈਆਂ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਇਹ ਜੂਝ ਰਹੇ ਨੇ। ਕੁੱਤਾ ਰਾਜ ਬਹਾਲੀਏ ਤੁਹਾਨੂੰ ਯਾਦ ਹੋਏਗਾ, ਜਦੋਂ ਕੀਰਤਨ ਦੀ ਹਾਜ਼ਰੀ ਸ਼੍ਰੀ ਦਰਬਾਰ ਸਾਹਿਬ ਇਹਨਾਂ ਨੇ ਭਰੀ ਸੀ, ਬਹੁਤ ਰੌਲਾ ਪਿਆ ਸੀ, ਕਿਉਂਕਿ ਉਸ ਵੇਲੇ ਸ਼ਾਇਦ ਜਿਹੜਾ ਰਾਜ ਬੈਠਿਆ ਸੀ ਉਹਨਾਂ ਨੂੰ ਆਪਣੇ ਆਪ 'ਚ ਅਹਿਸਾਸ ਪਿਆ ਕਿ ਜਿਹੜਾ ਕੁੱਤਾ ਰਾਜ ਹੈ ਬੈਠਿਆ ਹੋਇਆ ਹੈ, ਪਰ ਬਹਾਲਿਆ ਕਿ ਨਹੀਂ ਸੀ, ਅਸੀਂ ਹੀ ਬਹਾਲਿਆ ਸੀ। ਅੱਜ ਉਸ ਸੰਸਥਾ ਦੇ ਵਿੱਚ ਜਿੰਨੇ ਨਿਘਾਰ ਆਏ ਨੇ, ਮੈਂ ਸਿਰਫ ਉਹਨਾਂ 'ਤੇ ਸਵਾਲ ਚੱਕੇ ਸੀ, ਪਰ ਜਵਾਬ ਦੇਣ ਦੀ ਬਜਾਏ ਸੱਚ ਬੋਲੇਗਾ ਤਾਂ ਮਿਲੂ 295 ਇਹ ਦੁਨੀਆ ਨੂੰ ਪਤਾ ਲੱਗ ਗਿਆ ਵੀ ਜੋ ਉਸ ਗਾਇਕ ਨੇ ਲਿਖਿਆ ਸੀ ਸਿੱਧੂ ਮੂਸੇਵਾਲੇ ਨੇ, ਉਹ ਸੱਚ ਕਰਤਾ SGPC ਨੇ। ਸੋ ਆਓ ਇੱਕ ਵਾਰ ਪਹਿਲਾਂ ਸਿੰਘ ਸਾਹਿਬ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਫਿਰ ਜਾਣਦੇ ਹਾਂ ਵੀ ਜਿਹੜੀਆਂ ਗਿਰਾਵਟਾਂ ਆਈਆਂ ਨੇ ਇਹਨਾਂ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ ਅਤੇ ਕਿੱਥੋਂ ਇਹ ਗਿਰਾਵਟਾਂ ਸ਼ੁਰੂ ਹੋਈਆਂ। ਅਤੇ ਇਹਨਾਂ ਸਿੰਘ ਸਾਹਿਬ ਮਤਲਬ ਜਿੱਥੇ ਅਸੀਂ ਬੈਠੇ ਹਾਂ ਨਾ ਅੱਜ, ਅਤੇ ਸਿੰਘ ਸਾਹਿਬ ਦੇ ਪਰਿਵਾਰ ਦੇ ਬਾਰੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ, ਕਿਉਂਕਿ ਮੈਂ ਤਾਂ ਹੀ ਸਿੰਘ ਸਾਹਿਬ ਨੂੰ ਬਿਠਾਇਆ ਨਾਲ ਕਿ SGPC ਦੀ ਸ਼ੁਰੂਆਤ ਜਿੱਥੋਂ ਹੋਈ ਹੈ, ਜਿਹਨਾਂ ਨੇ ਕੀਤੀ ਹੈ, ਉਸ ਪਰਿਵਾਰ ਦੇ ਵਾਰਸ ਨੇ ਇਹ। ਫਤਿਹ ਦੀ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵਡਾਲਾ ਸਾਹਿਬ ਤੁਸੀਂ ਦੱਸੋ ਕਿ ਜੋ ਕੁਝ ਵਾਪਰਿਆ, ਤੁਸੀਂ ਉਦੋਂ ਵਿਦੇਸ਼ 'ਚ ਸੀ ਜਦੋਂ ਮੈਂ ਐਪੀਸੋਡਸ ਪਾਉਣੇ ਸ਼ੁਰੂ ਕੀਤੇ, ਤੁਸੀਂ ਸਭ ਦੇਖਦੇ ਸੀ। ਪਹਿਲਾਂ ਤਾਂ ਸੰਗਤ ਨੂੰ ਇਹੀ ਦੱਸੋ ਵੀ ਉਹਦੇ ਵਿੱਚ ਤੁਹਾਨੂੰ ਕਿੰਨਾ ਕੁ ਲੱਗਿਆ ਕਿ ਮੈਂ ਕਿੰਨਾ ਕੁ ਝੂਠ ਬੋਲਿਆ ਆ ਉਹਨਾਂ ਦੇ ਵਿੱਚ ਐਪੀਸੋਡਸ ਦੇ ਵਿੱਚ। ਗੁਰੂ ਪੰਥ ਦੀਆਂ ਵਿਰਾਸਤਾਂ, ਗੁਰੂ ਪੰਥ ਦਾ ਇਤਿਹਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ, ਗੁਰੂ ਕੀਆਂ ਗੋਲਕਾਂ, ਗੁਰੂ ਕੀਆਂ ਜ਼ਮੀਨਾਂ ਔਰ ਗੁਰੂ ਪੰਥ ਦੀ ਮਾਣ ਮਰਜ਼ਾਦਾ, ਤਖਤਾਂ ਦੀ ਸੁਤੰਤਰਤਾ, ਗੁਰੂ ਪ੍ਰਬੰਧ ਦੇ ਵਿੱਚ ਆਈ ਗਿਰਾਵਟ ਨੂੰ ਲੈ ਕੇ ਪੰਥ ਦਰਦੀ ਕਈ ਦਹਾਕਿਆਂ ਤੋਂ ਜੋ ਕੁਝ ਬੋਲਦੇ ਆਏ, ਸਿੱਖ ਪੰਥ ਦੇ ਸਾਹਮਣੇ ਰੱਖਦੇ ਆਏ, ਉਸੇ ਨੂੰ 2016-22 ਮਾਰਚ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਅਸੀਂ ਵੀ ਰੱਖਣਾ ਸ਼ੁਰੂ ਕੀਤਾ। ਉਹਨਾਂ ਹੀ ਗੱਲਾਂ ਨੂੰ ਪਿਛਲੇ ਦਿਨਾਂ ਤੋਂ ਮੀਡੀਆ ਦੇ ਵਿੱਚ ਇਹ ਸਾਡੇ ਵੀਰ
ਪ੍ਰੀਤ ਸਿੰਘ ਸੈਣੀ ਆਪਣੇ ਅਲਫਾਜ਼ਾਂ ਦੁਆਰਾ ਜਾਂ ਇਹ ਕਹਿ ਲਈਏ ਕਿ ਆਪਣੇ ਢੰਗ ਤਰੀਕੇ ਨਾਲ ਉਹਨਾਂ ਨੇ ਲੋਕਾਂ ਵਿੱਚ ਉਸ ਨੂੰ ਰੱਖਿਆ, ਇਹ ਵੱਖਰਾ ਕੁਝ ਨਹੀਂ ਸੀ। ਉਹੀ ਗੱਲਾਂ ਸੀ ਜਿਹੜੀਆਂ ਪੰਥ ਦੇ ਦਰਦ ਰੱਖਣ ਵਾਲੇ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਆ, ਤੇ ਇਹ ਅੱਜ ਕੋਈ ਨਵੀਂ ਗੱਲ ਨਹੀਂ ਸੀ ਜਿਹੜੀ ਸੈਣੀ ਸਾਹਿਬ ਨੇ ਕਰਤੀ ਜੀ। ਪਰ ਅੱਜ ਅਜਿਹਾ ਕੀ ਐਸਾ ਵਾਪਰ ਗਿਆ ਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਇਹ ਤੇ ਬਾਦਲਾਂ ਦੀ ਨਹੀਂ ਆ, ਇਹ ਤੇ ਪੰਜਾਬ ਦੇ ਲੋਕਾਂ ਨੇ ਬਦਲਾ ਲਿਆਂਦਾ ਹੋਇਆ ਹੈ, ਜਿਹੜਾ ਕਿ ਕਾਂਗਰਸ, ਬੀਜੇਪੀ ਜਾਂ ਕਾਲੀਏ ਇਹਨਾਂ ਸਾਰਿਆਂ ਦੇ ਖਿਲਾਫ ਇੱਕ ਲੋਕਾਂ ਨੇ ਵੱਡੇ ਬਹੁਮਤ ਨਾਲ ਜਿਤਾ ਕੇ ਮਾਨ ਸਰਕਾਰ ਬਣਾਈ, ਜਿਹਨੂੰ ਬਦਲਾਅ ਦਾ ਨਾਂ ਦਿੱਤਾ ਗਿਆ। ਤੇ ਫਿਰ ਇਹ ਅਜਿਹੀ ਕਿਹੜੀ ਗੱਲ ਹੋਈ ਕਿ ਸੈਣੀ ਸਾਹਿਬ ਤੇ 295 ਇਹ ਲਾ ਕੇ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ, ਜਦ ਕਿ ਉਹ ਪਰਚਾ ਬਣਦਾ ਹੀ ਨਹੀਂ ਸੀਗਾ। 295 ਇਹ ਨਾ ਤੇ ਇਹਨਾਂ ਨੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਨਾ ਇਹਨਾਂ ਨੇ ਕੋਈ ਮਰਜ਼ਾਦਾ ਦੇ ਉਲਟ ਕੁਝ ਆਖਿਆ, ਨਾ ਇਹਨਾਂ ਦੀ ਕੋਈ ਸੰਵਿਧਾਨਕ ਗਲਤੀ ਸੀ ਉੱਥੇ, ਨਾ ਕੋਈ ਅਪਰਾਧਿਕ ਗਲਤੀ ਸੀਗੀ। ਔਰ ਪਰਚਾ ਉਹਨਾਂ ਲੋਕਾਂ 'ਤੇ ਬਣਦਾ ਸੀਗਾ ਜਿਨ੍ਹਾਂ ਨੇ ਹੁਣ ਤੱਕ ਗੁਰੂ ਘਰ ਵਿੱਚ ਰਹਿ ਕੇ ਮਾਣ ਮਰਜ਼ਾਦਾ ਦੀਆਂ ਧੱਜੀਆਂ ਉਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ 1925 ਹੈ ਉਹਦੀਆਂ ਧੱਜੀਆਂ ਉਡਾਈਆਂ, ਕਿਉਂਕਿ ਜਦੋਂ ਮੈਂਬਰ ਹੀ ਹੈ ਨਹੀਂ ਜੀ, ਕਈ ਸਾਲਾਂ ਤੋਂ ਉਹਦੀ ਚੋਣ ਨਹੀਂ ਹੋਈ, ਉਹ ਲੰਮਸਮ ਚਲੇ ਆ ਰਹੇ। ਉੱਥੇ ਵੱਡੀ ਗੱਲ ਸੀ ਕਿ ਐਕਟ ਦੇ ਖਿਲਾਫ ਜਾ ਕੇ ਉਹ ਕਬਜ਼ਾ ਕਰੀ ਬੈਠੇ। ਉਦੋਂ ਬਾਅਦ ਉਹਨਾਂ ਨੇ ਸਿੱਖ ਰਹਿਤ ਮਰਜ਼ਾਦਾ ਦੇ ਵਿਰੁੱਧ ਕਈ ਕੁਛ ਕੀਤਾ, ਫਿਰ ਸਿੱਖ ਇਤਿਹਾਸ ਦੇ ਵਿਰੁੱਧ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਕੀਤਾ, ਗੁਰੂ ਕੀਆਂ ਵਿਰਾਸਤਾਂ ਢਵਾ ਕੇ ਤੇ ਉੱਥੇ ਚਿੱਟੇ ਰੰਗ ਦਾ ਪੱਥਰ ਲਾ ਕੇ ਸਾਡੇ ਇਤਿਹਾਸ ਨੂੰ ਮਲੀਆ ਮੇਟ ਕੀਤਾ, ਗੁਰੂ ਕੇ ਬਾਗਾਂ ਤੇ ਕੁਹਾੜਾ ਫੇਰਿਆ, ਸਾਡੇ ਪਿੱਪਲ ਸਾਹਿਬ, ਟਾਹਲੀ ਸਾਹਿਬ, ਜੰਡ ਸਾਹਿਬ, ਨਿੰਮ ਸਾਹਿਬ, ਬੇਰ ਸਾਹਿਬ ਸਾਡੇ ਤੋਂ ਖੋਲ੍ਹੇ ਗਏ। ਨੌਜਵਾਨ ਪਨੀਰੀ ਆਉਣ ਵਾਲੀ ਜਨਰੇਸ਼ਨ ਲਈ ਉਹਨਾਂ ਕੱਖ ਛੱਡਿਆ ਨਹੀਂ, ਤੇ ਪਾਉਣ ਗੁਰੂ ਦੀ ਜਿਹੜੀ ਗੱਲ ਸੀ ਉਹ ਇਹਨਾਂ ਨੇ ਖਤਮ ਕਰ ਦਿੱਤੀ। ਇੱਥੇ ਪੰਜਾਬ ਦੇ ਵਿੱਚੋਂ ਗੁਰੂ ਹਰਿਰਾਏ ਸਾਹਿਬ 52 ਬਾਗ ਲਵਾਉਂਦੇ ਨੇ, ਇਹਨਾਂ ਲੋਕਾਂ ਨੇ ਗੁਰੂ ਕੇ ਬਾਗ ਵੱਢ ਸੁੱਟੇ, ਉਜਾੜ ਦਿੱਤੇ। ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ, ਇੱਕ ਟੱਬਰ ਦਾ ਮੂੰਹ ਬਣਾ ਕੇ ਰੱਖ ਦਿੱਤਾ, ਉੱਥੇ ਵੀ ਸਾਰਾ ਕੁਝ ਗਲਤ ਹੋਇਆ। ਹੁਣ ਪਰਚਾ ਤਾਂ ਇਹ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਵੇਚ ਦੇਣੇ, 9,92,886 ਅੰਗ ਚੋਰੀ ਛਾਪ ਦੇਣੇ, 2,04,536 ਅੰਗ ਲਾਪਤਾ ਕਰ ਦੇਣੇ, 9,82,700 ਰੁਪਈਆ ਸਿਆਹੀ ਤੇ ਕਾਗਜ਼ ਦਾ ਖਾ ਜਾਣਾ, ਪੇਸ਼ ਨਹੀਂ ਗਈ ਇਹ ਸ਼ਬਦ ਵੀ ਖਾ ਜਾਂਦੇ। 61 ਸਰੂਪ ਅਣਅਧਿਕਾਰਤ ਤਿਆਰ ਕਰਕੇ ਕਵਲਜੀਤ ਸਿੰਘ ਨੂੰ ਦਿੱਤੇ ਜਾਣੇ, 125 ਸਰੂਪ ਬਿਨਾਂ ਜਿਲਦਾਂ ਦੇ ਦੜੇ ਲਾ ਕੇ ਅਖਬਾਰਾਂ ਦੀ ਤਰ੍ਹਾਂ ਰੱਖੇ ਹੋਏ, ਜਿਨ੍ਹਾਂ ਤੇ ਮਿੱਟੀ ਘੱਟਾ ਧੂੜ ਜੰਮੀ ਪਾਈ ਗਈ। ਈਸ਼ਰ ਸਿੰਘ ਐਡਵੋਕੇਟ ਹੋਣਾ ਦਾ ਅੰਦਰ ਪਾਟ ਗਿਆ, ਜਿਨ੍ਹਾਂ ਨੇ ਆਖਿਆ ਕਿ ਨਾ ਬਰਦਾਸ਼ਤਯੋਗ ਨਾ ਬਖਸ਼ਣਯੋਗ ਇਹਨਾਂ ਲੋਕਾਂ ਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਔਰ ਜਿਹੜੇ ਕੋਹਲੀ ਵਰਗੇ ਕਰੋੜਾਂ ਰੁਪਈਏ ਬਾਦਲ ਕਿਆਂ ਦੇ ਹਰਮਨ ਪਿਆਰੇ ਚਹੇਤੇ ਲੈ ਗਏ, ਉੱਥੇ ਵੀ ਕਮਿਸ਼ਨ ਲਿਖਦਾ ਕਿ ਇਸ ਬੰਦੇ ਤੋਂ 75% ਦੀ ਰਕਮ ਵਸੂਲ ਕਰਕੇ ਦਰਬਾਰ ਸਾਹਿਬ ਦੀ ਗੋਲਕ ਦੇ ਵਿੱਚ ਜਮ੍ਹਾਂ ਕੀਤੀ ਜਾਏ। ਸੈਂਕੜੇ ਸਰੂਪ ਅੱਗ ਦੀ ਭੇਟ ਚੜ੍ਹ ਗਏ, 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਗਏ। ਐਡਾ ਵੱਡਾ ਕ੍ਰਿਮੀਨਲ ਕੇਸ ਜਿਹੜਾ ਸੁਪਰੀਮ ਕੋਰਟ ਅਨੁਸਾਰ ਹੈ, ਹੁਣ ਕਾਰਵਾਈ ਤਾਂ ਇਹਨਾਂ ਬੰਦਿਆਂ ਤੇ ਬਣਦੀ ਸੀ। ਬਿਲਕੁਲ ਕਹਿ ਕੌਣ ਰਹੇ ਸੀ? ਗੁਰੂ ਕੀ ਸੰਗਤ, ਗੁਰੂ ਪੰਥ ਦਰਦੀ ਅਸੀਂ ਤੇ ਇਹ ਸੈਣੀ ਸਾਹਿਬ ਕਹਿ ਰਹੇ ਆ। ਔਰ ਉਹੀ ਗੱਲ ਕਦੇ ਸੈਣੀ ਸਾਹਿਬ ਤੁਹਾਡੇ ਤੋਂ ਪਹਿਲਾਂ ਵੀ ਚੱਲੀ ਕਿ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਮੁਕੱਦਮੇ ਦਰਜ ਕਰਾਂਗੇ, ਪੁੱਛੋ ਡਾਂਗ ਫੇਰਦੇ ਨੇ ਜੀ, ਸਵਾਲ ਪੁੱਛਣ ਤੇ ਡਾਂਗ ਫੇਰਦੇ ਨੇ। ਕਹਿਣ ਨੂੰ ਕੀ ਪੜ੍ਹਦੇ ਉੱਥੇ ਦਰਬਾਰ ਸਾਹਿਬ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਹਮ ਅਵਗੁਣ ਭਰੇ ਏਕ ਗੁਣ ਨਹੀਂ। ਪੜ੍ਹਦੇ ਉਹ ਨੇ, ਕਰਦੇ ਕੀ ਨੇ? ਉੱਥੇ ਸਿੱਖ ਸੰਗਤਾਂ ਨੇ ਪੁੱਛਿਆ ਕਿ ਸਾਨੂੰ ਤੁਸੀਂ ਦੱਸੋ ਮਹਾਰਾਜ ਦੇ ਸਰੂਪ ਕਿਹਨੂੰ ਦਿੱਤੇ, ਕਿਉਂ ਦਿੱਤੇ, ਔਰ ਚੋਰੀ ਦੇਣ ਦੀ ਕੀ ਲੋੜ ਪੈ ਗਈ?
ਔਰ ਭਾਈ ਖੋਸੇ ਹੋਣਾ ਨੂੰ ਜੇਲ੍ਹ ਹੋਈ, 19 ਮਹੀਨੇ ਜੇਲ੍ਹ 'ਚ ਰੱਖਿਆ, ਕੇਸ ਪਾਏ, ਉਹਦੇ ਨਾਲ ਦੇ ਸਾਥੀਆਂ ਦੀਆਂ ਲੱਤਾਂ ਬਾਹਾਂ ਤੋੜੀਆਂ, ਹਸਪੀਟਲਾਂ 'ਚ ਪਹੁੰਚਾਇਆ, ਨਜਾਇਜ਼ ਉਹਨਾਂ ਨੂੰ ਤੰਗ ਕੀਤਾ। ਔਰ 10 ਦਿਨ ਦੀ ਚੁੱਪ ਤੋਂ ਬਾਅਦ ਉਹ ਮੋਰਚਾ ਲਾ ਕੇ 35 ਮਹੀਨੇ ਸਾਨੂੰ ਬੈਠਿਆਂ ਨੂੰ ਹੋ ਗਏ। ਹੁਣ ਚਾਹੀਦਾ ਸੀ ਮਾਨ ਸਰਕਾਰ ਉਹਨਾਂ ਲੋਕਾਂ ਦੋਸ਼ੀਆਂ 'ਤੇ ਪਰਚਾ ਕਰਕੇ ਗੁਰੂ ਪੰਥ ਨੂੰ, ਜੋ ਸੈਣੀ ਸਾਹਿਬ ਕਹਿ ਰਹੇ ਸੀ ਕਈ ਮਹੀਨਿਆਂ ਤੋਂ ਅਸੀਂ ਬੋਲ ਰਹੇ ਹਾਂ, ਸਾਨੂੰ ਸਾਰਿਆਂ ਨੂੰ ਇਨਸਾਫ ਦਿੰਦੇ, ਅਸੀਂ ਸਮਝਦੇ ਬਦਲਾ ਆ ਗਿਆ। ਬਿਲਕੁਲ। ਪਰ ਇਹਦਾ ਸਾਰਾ ਕੁਛ ਇਹਦੇ ਉਲਟ ਹੋਣਾ, ਉਲਟੀ ਵਾੜ ਖੇਤ ਕੋ ਖਾਈ, ਫਿਰ ਕਹਿਣਾ ਪਵੇਗਾ ਰਾਜੇ ਪਾਪ ਕਮਾਵੰਦੇ, ਉਲਟੀ ਵਾੜ ਖੇਤ ਕੋ ਖਾਈ, ਰਾਜੇ ਸਿੰਘ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ, ਚਾਕਰ ਨਹੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਕਿ ਤੁਸੀਂ ਸੁੱਤੇ ਪਿਆਂ ਨੂੰ ਵੀ ਜਾ ਕੇ ਨੋਚਦੇ ਹੋ, ਤੁਹਾਨੂੰ ਮਾੜੀ ਮੋਟੀ ਕੋਈ ਸ਼ਰਮ ਹੋਣੀ ਚਾਹੀਦੀ ਹੈ। ਤੇ ਫਿਰ ਸਾਨੂੰ ਇਹ ਕਹਿਣਾ ਪਏਗਾ ਕਿ ਪੰਜਾਬ ਦੇ ਵਿੱਚ ਸਰਕਾਰ ਤਾਂ ਬਦਲ ਦਿੱਤੀ ਪਰ ਸਿਸਟਮ ਨਹੀਂ ਬਦਲਿਆ। ਇਹ ਕਹਿ ਲਈਏ ਕਿ ਸਰਕਾਰ ਮਾਨ ਸਾਹਿਬ ਦੀ ਬਣ ਗਈ ਪਰ ਸਿਸਟਮ ਮੁੜ ਉਹਨਾਂ ਲੋਕਾਂ ਦਾ ਹੀ ਹੈ ਜਿਹੜਾ ਅੱਜ ਵੀ ਕਚਹਿਰੀਆਂ 'ਚ, ਕੋਰਟਾਂ 'ਚ, ਜੱਜਾਂ ਦੇ ਸਾਹਮਣੇ ਇਹ ਬਿਆਨਬਾਜ਼ੀ ਦਿੱਤੀ ਜਾਂਦੀ ਹੈ ਜਿਹੜੀ ਗੁਰੂ ਪੰਥ ਦੇ ਦਰਦੀ ਤੇ ਗੁਰੂ ਪੰਥ ਦੇ ਖਿਲਾਫ ਹੋਵੇ। ਉਹ ਗੋਲ ਮੋਲ ਰਿਪੋਰਟਾਂ ਉੱਥੇ ਬਣਾ ਕੇ ਜੱਜ ਅੱਗੇ ਰੱਖੀਆਂ ਜਾਂਦੀਆਂ ਨੇ। ਇਹ 328 ਸਰੂਪਾਂ ਦੀ ਵੀ ਜਦੋਂ ਗੱਲ ਹੋਈ, ਸੁਪਰੀਮ ਕੋਰਟ ਦੀ ਸਟੇਟਮੈਂਟ ਆਖਦੀ ਹੈ 2008 ਦਾ ਜਿਹੜਾ ਆਰਟੀਕਲ ਸੈਕਸ਼ਨ 6 ਹੈ, ਉਹ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੀ ਕੁਝ ਛੇੜਛਾੜ ਕਰਦਾ ਜਾਂ ਕੋਈ ਹੋਰ ਕੁਝ ਕਰਦਾ। ਦੂਸਰੇ ਪਾਸੇ ਸਰਕਾਰ ਜਿਹੜੀ ਹੈ ਉਹਦੇ ਤੋਂ ਹਟ ਕੇ ਪੜਤਾਲੀਆ ਰਿਪੋਰਟ 1100 ਸਫ਼ਿਆਂ ਦੀ ਜਿਹੜੀ ਈਸ਼ਰ ਸਿੰਘ ਜੀ ਉਹਨਾਂ ਦੀ ਹੈ ਉਹ ਸਾਹਮਣੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਧਿਰ ਜਿਹੜੀ ਹੈ ਉਹਨੂੰ ਮੰਨ ਰਹੀ ਹੈ ਕਿ ਇਹ ਸਹੀ ਹੈ, ਗਲਤ ਨਹੀਂ। ਉਹਦੇ ਬਾਵਜੂਦ ਕੀ ਹੋ ਰਿਹਾ ਜੀ, ਉਹਨੂੰ ਗੋਲ ਮੋਲ ਕਰਕੇ ਤੇ ਕੇਸ ਨੂੰ ਡਿਸਮਿਸ ਵੀ ਕੀਤਾ ਜਾਂਦਾ ਹੈ। ਅੱਜ ਅਸੀਂ ਵੀ ਤਰੀਕਾਂ ਭੁਗਤ ਰਹੇ ਹਾਂ, ਇੱਕ 35 ਮਹੀਨਿਆਂ ਤੋਂ ਬੈਠੇ ਹਾਂ, ਦੂਸਰੇ ਪਾਸੇ ਸਾਨੂੰ ਅਦਾਲਤ ਤਰੀਕਾਂ ਤੋਂ ਸਿਵਾਏ ਕੁਝ ਨਹੀਂ ਦੇ ਰਹੀ। ਤੀਸਰੇ ਪਾਸੇ ਸਰਕਾਰ ਜਿਹੜੀ ਹੈ ਉਹ ਇਹਨੂੰ ਪੰਥਕ ਮੁੱਦਾ ਕਹਿ ਰਹੀ ਹੈ ਜਦ ਕਿ ਇਹ ਕ੍ਰਿਮੀਨਲ ਕੇਸ ਹੈ। ਬਿਲਕੁਲ ਕ੍ਰਿਮੀਨਲ ਕੇਸ ਹੈ। ਨਾਲੇ ਇਸ ਦੇ ਵਿੱਚ ਇੱਕ ਹੋਰ ਚੀਜ਼, ਤੁਸੀਂ 1100 ਪੰਨਿਆਂ ਦੀ ਰਿਪੋਰਟ ਪੜ੍ਹੀ ਹੋਵੇ ਜੀ ਤਾਂ ਉਹਦੇ ਵਿੱਚ ਧਿਆਨ ਨਾਲ ਅਗਰ ਅਸੀਂ ਦੇਖੀਏ ਤੇ ਜਦੋਂ ਨਿਸ਼ਾਂਤ ਸਿੰਘ ਰਿਕਾਰਡ ਚੈੱਕ ਕਰਦਾ ਤੇ ਉਹ ਦੱਸਦਾ ਕਿ ਇੱਕ ਪਾਸੇ 150 ਸਰੂਪ ਵੱਧ ਰਹੇ ਨੇ ਤੇ ਇੱਕ ਪਾਸੇ ਆਈ ਥਿੰਕ 131 ਵੱਧ ਰਹੇ ਨੇ ਜੀ। ਤੇ ਉਸ ਤੋਂ ਬਾਅਦ ਦੂਸਰੇ ਸਟੋਰ ਦੇ ਜਦੋਂ ਚੈੱਕ ਕੀਤਾ ਜਾਂਦਾ ਉਸ ਦੇ ਵਿੱਚੋਂ ਤਕਰੀਬਨ 150 ਦੇ ਜਾਂ 200 ਦੇ ਨੇੜੇ 201 ਸਰੂਪ ਆਈ ਥਿੰਕ ਘਟਦਾ ਆ। ਹੁਣ ਉਹ ਜਦੋਂ ਸਾਰੀ ਅਸੀਂ ਮੁਲਾਂਕਣ ਉਹਦਾ ਕਰਦੇ ਹਾਂ, ਜਮਾ ਘਟਾਓ ਕਰਦੇ ਹਾਂ, ਤਾਂ 328 ਦਾ ਆંકੜਾ ਕਿਸੇ ਵੀ ਪਾਸਿਓਂ ਸਾਹਮਣੇ ਨਹੀਂ ਆਉਂਦਾ ਜੀ। ਹੁਣ ਇਹ ਸਵਾਲ ਮੈਂ ਵੀ ਪੁੱਛਿਆ ਸੀਗਾ ਵੀ ਅਗਰ ਸਰੂਪ ਪਹਿਲੇ ਸਟੋਰ ਦੇ ਵਿੱਚ ਵਧੇ, ਦੂਜੇ 'ਚ ਘਟੇ, ਤਾਂ ਈਸ਼ਰ ਸਿੰਘ ਨੇ 328 ਸਰੂਪਾਂ ਦਾ ਆંકੜਾ, ਐਗਜ਼ੈਕਟ ਨੰਬਰ ਆਫ ਸਰੂਪ ਕਿੱਦਾਂ ਲੈ ਆਂਦਾ ਸਾਹਮਣੇ। ਹੁਣ 276 ਆંકੜਾ ਬਣਦਾ ਵੈਸੇ ਉਹਦੇ ਵਿੱਚ ਅਸੀਂ ਜੋ ਦੇਖਦੇ ਹਾਂ, ਪਰ ਉਸ ਤੋਂ ਬਾਅਦ ਜਿਹੜੇ ਸਰੂਪ ਬਿਨਾਂ ਜਿਲਤ ਤੋਂ ਉੱਥੇ ਰੱਖੇ ਗਏ, ਜਿਹੜੇ ਸਰੂਪ ਇਕਾਰਡ ਅਲੱਗ ਤੋਂ ਛਪਵਾਏ ਗਏ, ਉਹ ਮਤਲਬ ਉਹਨਾਂ ਨੂੰ ਕਾਊਂਟ ਕਰਕੇ ਪਤਾ ਲੱਗਦਾ ਵੀ ਇਹ ਖਾਨਾ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜੀ ਜੀ ਜੀ। ਉਹ ਕਰੋਨਾ ਕਾਲ ਕਰਕੇ ਜਿਲਤਬੰਦੀ ਹੋਈ ਨਹੀਂ ਉਹਨਾਂ ਦੀ ਜੀ ਜੀ, ਤੇ ਇਸ ਕਰਕੇ ਉਹ ਫਸ ਗਏ। ਮਤਲਬ ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਕੁਝ ਬੰਦੇ ਜਿਹੜੇ 14 ਬੰਦੇ ਇਹਦੇ ਵਿੱਚ ਮੇਨ ਐਕਿਊਜ਼ਡ ਪਾਏ ਗਏ, ਉਹਨਾਂ ਵਿੱਚੋਂ 2 ਬੰਦੇ ਨੂੰ, ਕਵਲਜੀਤ ਨੂੰ, ਨਿਸ਼ਾਂਤ ਸਿੰਘ ਨੂੰ, ਨਿਸ਼ਾਂਤ ਦਾ ਤਾਂ ਮਤਲਬ ਕਵਲਜੀਤ ਦਾ ਤਾਂ ਬਹੁਤ ਅਲੱਗ ਹੀ ਸੀਗਾ, ਉਹਨੂੰ ਪਹਿਲਾਂ ਸਸਪੈਂਡ ਕੀਤਾ, ਸਸਪੈਂਡ ਹੋਣ ਤੋਂ ਬਾਅਦ ਬਹਾਲ ਕਰਕੇ 50-60 ਲੱਖ ਜਿਹੜਾ ਕਲੀਅਰ ਕਰਨਾ ਸੀ ਉਹ ਕਰਕੇ ਉਸ ਤੋਂ ਬਾਅਦ ਫਿਰ ਤੋਂ ਉਹਨੂੰ ਸੇਵਾ ਮੁਕਤ ਕਰ ਦਿੱਤਾ। ਮੇਰਾ ਸਵਾਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੀ ਇਹ ਦਸਤੂਰ ਹੈ ਕਿ ਜਿਹੜਾ ਜਿੰਨੀ ਵੱਡੀ ਕਰਪਸ਼ਨ ਕਰੂਗਾ ਉਹਨੂੰ ਓਨਾ ਵੱਡਾ ਅਹੁਦਾ ਦਿੱਤਾ ਜਾਊਗਾ ਜਾਂ ਓਨੀ ਹੀ ਛੇਤੀ ਉਹਦੇ ਸਾਰੇ ਫੰਡ ਕਲੀਅਰ ਕਰਕੇ ਘਰੇ ਬਿਠਾ ਦਿੱਤਾ ਜਾਊਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਸਾਡੇ ਵਡਪੁਰਖਿਆਂ ਨੇ ਬੜੀਆਂ ਕੁਰਬਾਨੀਆਂ ਕਰਕੇ ਹੋਂਦ ਵਿੱਚ ਲਿਆਂਦਾ, ਪਰ ਅੱਜ ਜਿਸ ਤਰੀਕੇ ਨਾਲ ਜਿਨ੍ਹਾਂ ਲੋਕਾਂ ਨੇ ਕਬਜ਼ਾ ਕੀਤਾ ਹੈ ਉਹਨਾਂ ਦਾ ਇਹ ਪੈਮਾਨਾ ਹੈ, ਜਿੱਡਾ ਵੱਡਾ ਚੋਰ ਓਡਾ ਵੱਡਾ ਉਹਦਾ, ਜਿੱਡਾ ਵੱਡਾ ਬੇਈਮਾਨ ਓਡਾ ਵੱਡਾ ਉਹਦਾ ਅਦਬ।
ਇੱਥੋਂ ਤੱਕ ਕਿ ਜਿਹੜੇ ਪੰਜਾਬ ਦੇ ਪੰਥ ਦਾ ਬੇੜਾ ਗਰਕ ਕਰਨ ਵਾਲਿਆਂ ਵਿੱਚ ਮੋਹਰੀ ਸਨ, ਉਹਨਾਂ ਦੀਆਂ ਫੋਟੋਆਂ ਅਜਾਇਬ ਘਰ 'ਚ ਲੱਗ ਗਈਆਂ ਨੇ ਤੇ ਬਾਕੀਆਂ ਦੀਆਂ ਵੀ ਆਉਣ ਵਾਲੇ ਸਮੇਂ 'ਚ ਲੱਗਣਗੀਆਂ। ਤੇ ਸਾਡੀ ਆਉਣ ਵਾਲੀ ਪਨੀਰੀ ਇਹਨਾਂ ਅਖੌਤੀ ਫਕਰੇ ਕੌਮਾਂ ਨੂੰ ਇੱਕ ਦਿਨ ਫਕਰੇ ਕੌਮ ਆਖਿਆ ਕਰੇਗੀ। ਬਿਲਕੁਲ, ਤੁਸੀਂ ਐਸਜੀਪੀਸੀ 'ਚ ਲੰਬਾ ਸਮਾਂ ਕੰਮ ਕੀਤਾ ਹੈ ਤੇ ਤੁਸੀਂ ਗੁਰੂ ਦੇ ਦਰ ਤੇ ਸੇਵਾ ਨਿਭਾਈ ਹੈ, ਪਰ ਜਦੋਂ ਜੋਗੀ ਭਜਨ ਵਰਗੀ ਦੀਆਂ ਤਸਵੀਰਾਂ ਲੱਗੀਆਂ ਹੋਣ ਅੰਦਰ, ਜਿੱਥੇ ਸਾਡੇ ਮਤਲਬ ਯੋਧੇ ਨੇ, ਜੋ ਯੋਧਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਸਿੰਘ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ, ਉੱਥੇ ਇੱਕ ਬਲਾਤਕਾਰੀ, ਇੱਕ ਰੇਪਿਸਟ ਜਿੱਤੇ ਕੇਸ ਚੱਲੇ ਹੋਣ, ਜਿੱਤੇ ਕਿਤਾਬਾਂ ਲਿਖੀਆਂ ਗਈਆਂ ਹੋਣ ਕਲੀਅਰਲੀ। ਹਾਂ, ਹੁਣ ਇੱਥੇ ਇੱਕ ਮਿੰਟ ਲਈ ਮੈਂ ਤੁਹਾਡਾ ਮਿੰਟ ਲੈ ਰਿਹਾ ਹਾਂ। ਸਾਕਾ ਨਨਕਾਣਾ ਸਾਹਿਬ ਵਾਪਰਿਆ ਔਰ 100 ਸਾਲ ਬਾਅਦ ਭਾਈ ਲਛਮਣ ਸਿੰਘ ਧਾਰੋਵਾਲ ਦੀ ਤਸਵੀਰ ਉੱਥੇ ਲੱਗਦੀ ਹੈ। ਕਿਉਂ ਲੱਗਦੀ ਹੈ? ਕਿਉਂਕਿ 2016 ਤੋਂ ਅਸੀਂ ਉਸ ਆਵਾਜ਼ ਨੂੰ ਬੁਲੰਦ ਕੀਤਾ ਕਿ ਨਰੈਣੂ ਮਹੰਤਾਂ ਦੇ ਕੋੜਵੇਂ ਜਿਹੜੇ ਅੱਜ ਉਹਨਾਂ ਦੇ ਵਾਰਸ ਸੀ, ਉਹਨਾਂ ਦੀਆਂ ਤਸਵੀਰਾਂ ਲੱਗ ਗਈਆਂ, ਉਹਨਾਂ ਨੂੰ ਪੰਥ ਰਤਨ, ਉਹਨਾਂ ਨੂੰ ਫਲਾਣੇ ਅਵਾਰਡ ਦਿੱਤੇ ਗਏ, ਸੇਵਾ ਰਤਨ ਬਣਾ ਦਿੱਤਾ, ਤੇ ਜਿਹੜੇ ਉੱਥੇ ਜੰਡਾ ਨਾ ਬੰਨ੍ਹ ਕੇ ਸਾੜ ਦਿੱਤੇ ਮਹੰਤਾਂ ਨੇ, ਉਹਨਾਂ ਦਾ ਨਾਂ ਤੱਕ ਹੈ ਨਹੀਂ। ਭਾਈ ਲਛਮਣ ਸਿੰਘ ਹੋਣਾ ਦੀ ਤਸਵੀਰ ਪਿਛਲੇ ਤੋਂ ਸ਼ਾਇਦ ਪਿਛਲੇ ਸਾਲ ਬਣਾ ਕੇ ਉੱਥੇ ਲੱਗੀ ਆ, ਪਹਿਲਾਂ ਉੱਥੇ ਨਹੀਂ ਸੀ। ਬਿਲਕੁਲ। ਉਦੋਂ ਬਾਅਦ ਇਹ ਬਾਪੂ ਜੀ ਸਾਡੇ ਤੋਂ ਬੈਠੇ ਭਾਈ ਅਵਤਾਰ ਸਿੰਘ ਜੀ ਖਾਲਸਾ, ਇਹ ਕੌਣ ਨੇ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਵਾਲੇ ਭਾਈ ਮਹਿਤਾਬ ਸਿੰਘ ਬੀਰ, ਖਾਲਸਾ ਬਰਾਦਰੀ ਦੇ ਮੁਖੀ ਦੇ ਪੋਤਰੇ। ਉਹਨਾਂ ਦੀ ਤਸਵੀਰ ਅੱਜ ਤੱਕ ਤੁਹਾਨੂੰ ਅਜਾਇਬ ਘਰ 'ਚ ਨਹੀਂ ਲੱਭੂਗੀ। ਔਰ ਇਹਨਾਂ ਨੇ ਆਪਣੇ ਬਜ਼ੁਰਗਾਂ ਲਈ ਸ਼੍ਰੋਮਣੀ ਕਮੇਟੀ ਤੋਂ ਨੌਕਰੀ ਨਹੀਂ ਮੰਗੀ, ਕਿਸੇ ਤੋਂ ਕੋਈ ਮੁਆਵਜ਼ਾ ਨਹੀਂ ਮੰਗਿਆ, ਸਿਰਫ ਇੰਨਾ ਹੀ ਕਿਹਾ ਸੀ ਕਿ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਬਣਾਈ ਘੱਟੋ ਘੱਟ ਸਾਡੇ ਬਜ਼ੁਰਗ ਦੀ ਉੱਥੇ ਤਸਵੀਰ ਤਾਂ ਲਾ ਦਿਓ। ਨਹੀਂ ਲਾਈ, ਅਜੇ ਤੱਕ ਇਹ ਉੱਥੇ ਐਪਲੀਕੇਸ਼ਨਾਂ ਲਿਖ ਕੇ ਦੇ ਰਹੇ ਆ। ਔਰ ਹੋ ਸਕਦਾ ਹੈ ਕਿ ਹੁਣ ਸਾਡੀ ਆਪਸੀ ਮਿਲਣੀ ਤੋਂ ਬਾਅਦ ਇਹਨਾਂ ਦੇ ਘਰ ਤੱਕ ਪਹੁੰਚਣ, ਚੈੱਕ ਲੈ ਕੇ ਵੀ ਤੇ ਹੋਰ ਕਈ ਕੁਛ ਲੈ ਕੇ ਵੀ ਆਓ ਤੁਹਾਨੂੰ ਮਾਨ ਸਨਮਾਨ ਦਿੰਦੇ ਆ, ਤੁਸੀਂ ਵਡਾਲੇ ਤੇ ਸੈਣੀ ਦਾ ਬਾਈਕਾਟ ਕਰੋ, ਇਹ ਵੀ ਕੁਛ ਹੋਊਗਾ। ਖੈਰ, ਭਾਈ ਮਹਿਤਾਬ ਸਿੰਘ ਬੀਰ ਕਰੀਮ ਬਖਸ਼ ਮੌਲਵੀ ਜੀ ਦੇ ਸਪੁੱਤਰ ਨੇ, ਬਕਾਪੁਰ ਦੇ ਰਹਿਣ ਵਾਲੇ ਮੌਲਵੀ ਜੀ, ਜਿਨ੍ਹਾਂ ਨੇ ਬੜੀਆਂ ਵੱਡੀਆਂ ਸੇਵਾਵਾਂ ਕੀਤੀਆਂ। ਔਰ ਇੱਕ ਦਿਨ ਉਹ ਵੀ ਆਇਆ ਭਾਈ ਰਣਧੀਰ ਸਿੰਘ ਜੀ, ਉਹਨਾਂ ਦੇ ਨਾਲ ਬਕਾਪੁਰ ਪਿੰਡ ਦੀ ਧਰਤੀ ਤੇ ਅੰਮ੍ਰਿਤ ਛਕਦੇ ਆ, ਗੁਰੂ ਪੰਥ ਦੀਆਂ ਅਣਥੱਕ ਸੇਵਾ ਕਰਦੇ ਆ। ਇੱਕ ਦਿਨ ਉਹ ਵੀ ਆਇਆ ਕਿ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੀਵੀਂ ਜਾਤੀ ਦੇ ਲੋਕ ਕਹਿ ਕੇ ਉਹਨਾਂ ਦੀ ਦੇਗ ਤੱਕ ਬੰਦ ਕਰ ਦਿੱਤੀ, ਕਿਉਂਕਿ ਜੋ ਪਿੱਛੇ ਨਰੈਣੂ ਕਰਦੇ ਆਏ ਸੀ ਉਹੀ ਮੁੜ ਉੱਥੇ ਅੱਜ ਸ਼ੁਰੂ ਹੋਇਆ। ਕਿਉਂਕਿ ਸ਼ੇਰੇ ਪੰਜਾਬ ਦੀ ਅੱਖਾਂ ਮੀਟਣ ਤੋਂ ਬਾਅਦ ਇੱਕ ਵਾਰੀ ਸਿੱਖ ਪੰਥ ਤੇ ਬਹੁਤ ਮਾੜਾ ਸਮਾਂ ਆਇਆ। ਗੁਰਦੁਆਰਿਆਂ ਦੀਆਂ ਸੇਵਾਵਾਂ, ਮਾਣ ਮਰਜ਼ਾਦਾ ਸਭ ਕੁਛ ਤਹਿਸ ਨਹਿਸ ਕੀਤਾ ਗਿਆ। ਉਸ ਵਕਤ ਜਿਹੜੀ ਸੰਗਤ ਸੰਤ ਲਖਬੀਰ ਸਿੰਘ ਜੀ ਹੋਣਾ ਕੋਲੇ ਆ ਕੇ ਬੇਨਤੀ ਕਰਦੀ ਹੈ, ਆਹ ਸਾਡੀਆਂ ਸਮੱਸਿਆਵਾਂ ਨੇ ਕਿ ਸਾਡੇ ਤੇ ਮੱਥਾ ਟੇਕਣਾ, ਦੇਗ ਕਰਾਉਣਾ ਵੀ ਸਾਡੇ ਲਈ ਬੜਾ ਔਖਾ ਹੋ ਗਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ। ਭਾਈ ਮਹਿਤਾਬ ਸਿੰਘ ਬੀਰ ਜੀ ਹੋਣਾ ਦੀ ਡਿਊਟੀ ਸੰਤ ਜੀ ਵੱਲੋਂ ਲਾਈ ਜਾਂਦੀ ਹੈ। ਇਹਨਾਂ ਨੇ ਪ੍ਰਚਾਰ ਕੀਤਾ, ਪਿੰਡਾਂ ਪਿੰਡਾਂ 'ਚ ਜਾ ਕੇ ਸੰਗਤਾਂ ਦੇ ਵਿੱਚ ਅੰਮ੍ਰਿਤ ਸੰਚਾਰ ਕਰਵਾਏ, ਵੱਡੇ ਇਕੱਠ ਕੀਤੇ, ਖਾਲਸਾ ਬਰਾਦਰੀ ਦਾ ਨਾਂ ਦਿੱਤਾ ਗਿਆ। 1920 12 ਅਕਤੂਬਰ ਨੂੰ ਇਹ ਆਪਣੇ ਕਾਫਲੇ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਆ। ਉੱਥੇ ਪੁਜਾਰੀਆਂ ਦੇ ਨਾਲ ਵਾਦ ਵਿਵਾਦ ਵੀ ਹੁੰਦਾ ਹੈ ਕਿ ਤੁਸੀਂ ਨੀਵੀਂ ਜਾਤੀ ਦੇ ਲੋਕ ਹੋ, ਕਹਿੰਦੇ ਨਹੀਂ ਅਸੀਂ ਖਾਲਸਾ ਬਰਾਦਰੀ ਹਾਂ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਿਆ ਜਾਏ, ਹੁਕਮਨਾਮਾ ਵੀ ਮਹਾਰਾਜ ਜੀ ਦਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ। ਉੱਥੇ ਸਾਰਿਆਂ ਦੀਆਂ ਅੱਖਾਂ 'ਚ ਜਲ ਪੂਰਾ ਭਰਿਆ ਵਗ ਰਿਹਾ ਸੀਗਾ। ਉਸ ਵਕਤ ਪੁਜਾਰੀਆਂ ਦੇ ਕੋਲੋਂ ਆਪਣੀ ਬੇਇੱਜ਼ਤੀ ਨਾ ਸਹਾਰੀ ਗਈ, ਦਰਬਾਰ ਸਾਹਿਬ ਸੁੰਨਿਆਂ ਛੱਡ ਕੇ ਚਲੇ ਗਏ। ਭਾਈ ਮਹਿਤਾਬ ਸਿੰਘ ਬੀਰ ਉਸ ਵਕਤ ਨਾਲ ਮਿਲਦੇ ਨੇ ਤੇਜਾ ਸਿੰਘ ਜੀ ਪੁੱਚਰ, ਕਰਤਾਰ ਸਿੰਘ ਜੀ ਝੱਬਰ ਵਰਗਿਆਂ ਨੇ, ਹੋਰਨਾਂ ਨੇ ਨਾਲ ਸਾਥ ਦੇ ਕੇ ਦਰਬਾਰ ਸਾਹਿਬ ਦੀ ਸੇਵਾ ਸੰਭਾਲੀ। ਫਿਰ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕੀਤੀ, ਦੇਗ ਕਰਾਈ। ਉੱਥੇ 5 ਸਿੰਘਾਂ ਤੋਂ ਬਾਅਦ 25 ਸਿੰਘਾਂ ਦਾ ਜਥਾ ਬਣਿਆ।
ਉਹ ਇਹ ਕਹਿ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੁੱਢ ਹੈ ਤੇ ਇਸ ਅਵਤਾਰ ਸਿੰਘ ਖਾਲਸਾ ਜੀ ਦਾ ਦਾਦਾ, ਤੇ ਅੱਜ ਇਹਨਾਂ ਦੇ ਬਜ਼ੁਰਗਾਂ ਦੀ ਤਸਵੀਰ ਉੱਥੇ ਲੱਭਣੀ ਹੋਵੇ ਤਾਂ ਤੁਹਾਨੂੰ ਨਹੀਂ ਮਿਲੇਗੀ। ਪਰ ਜਿਹੜੇ ਦਰਬਾਰ ਸਾਹਿਬ ਨੂੰ ਵੇਚ ਕੇ ਖਾ ਗਏ, ਜਿਨ੍ਹਾਂ ਨੇ ਅਟੈਕ ਕਰਾਏ ਦਰਬਾਰ ਸਾਹਿਬ ਤੇ ਹੱਥ ਖੜੇ ਕਰ ਕਰਕੇ ਸਿੱਖ ਬੱਚੇ ਮਰਵਾ ਛੱਡੇ, ਉਹਨਾਂ ਦੀਆਂ ਤਸਵੀਰਾਂ ਅੱਜ ਵੀ ਤੁਸੀਂ ਦਰਬਾਰ ਸਾਹਿਬ ਅਜਾਇਬ ਘਰ 'ਚ ਵੇਖ ਸਕਦੇ ਹੋ। ਤੇ ਇਸ ਲਈ ਸੈਣੀ ਸਾਹਿਬ ਉੱਥੇ ਤੇ ਤਸਵੀਰਾਂ ਵੀ ਉਹਨਾਂ ਦੀਆਂ ਲੱਗਦੀਆਂ ਨੇ ਜਿਹੜੇ ਪੰਥ ਦੇ ਗਦਾਰ ਹੋਣ ਤੇ ਜਿਹੜੇ ਪੰਥ ਵਸੇਵੇਂ ਉਜੜਾ, ਉਹਨਾਂ ਨੂੰ ਤਾਂ ਉੱਥੋਂ ਮੱਥਾ ਟੇਕਣਾ ਵੀ ਔਖਾ ਕਰ ਦਿੰਦੇ। ਮਤਲਬ ਉਹੀ ਹੈ ਵੀ 2-2 ਕਰੋੜ ਰੁਪਈਆ ਲੈ ਕੇ, ਜਾਂ ਕਹਿ ਸਕਦੇ ਹਾਂ ਵੀ ਆਪਣੀਆਂ ਜੇਬਾਂ ਭਰ ਕੇ ਅਸੀਂ ਪੰਥ ਰਤਨ ਦੇ ਦਾਂਗੇ। ਤੁਹਾਨੂੰ ਚਾਹੀਦਾ ਹੈ ਪੰਥ ਰਤਨ, ਅਜ਼ਮਾ ਕੇ ਦੇਖ ਲਿਓ। ਚੌਧਿਆਂ ਤੇ ਜਿਹੜੇ ਬੈਠੇ ਨੇ 5-7 ਕਰੋੜ ਦੀ ਆਫਰ ਦੇ ਦਿਓ ਜੇ ਚਾਹੁੰਦੇ ਹੋ ਪੰਥ ਰਤਨ ਮਿਲੇ। ਤੇ ਹੁਣ 2-4 ਸਾਲਾਂ ਬਾਅਦ ਫੋਟੋਆਂ ਲੱਗ ਵੀ ਜਾਣੀਆਂ, ਜਿਹਨਾਂ ਦੀ ਲੱਗ ਜਾਣੀਆਂ ਸਾਰੀ ਦੁਨੀਆ ਨੂੰ ਪਤਾ ਹੈ। ਖੈਰ, ਸਿੰਘ ਸਾਹਿਬ ਨਾਲ ਬੈਠੇ ਨੇ, ਇਹਨਾਂ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਦੇ, ਕਿਉਂਕਿ ਐਪੀਸੋਡ ਫਿਰ ਬਹੁਤ ਜ਼ਿਆਦਾ ਲੰਬੇ ਹੋ ਜਾਂਦੇ ਨੇ। ਪਰ ਮੈਂ ਇਹੀ ਗੱਲ ਅੰਤ ਤੱਕ ਕਹਾਂਗਾ ਸੰਗਤ ਜੀ, ਦੇਖੋ ਅਸੀਂ ਆਪਣੇ ਆਪਣੇ ਘਰਾਂ 'ਚ ਬੈਠੇ ਨਾ, ਸਾਡੀ ਸਭ ਤੋਂ ਵੱਡੀ ਮੈਂ ਇਹ ਕਹਾਂ ਘਾਟ ਇਹ ਹੈ ਸਾਡੀ, ਅਸੀਂ ਆਪਣੇ ਘਰਾਂ 'ਚ ਬੈਠੇ ਹਾਂ, ਸਵੇਰੇ ਦੁਪਹਿਰੇ ਸ਼ਾਮ ਦਾ ਪ੍ਰਸ਼ਾਦਾ ਪਾਣੀ ਸਾਨੂੰ ਮਿਲ ਜਾਂਦਾ, ਕੰਮਕਾਰ ਵਧੀਆ ਚੱਲ ਰਹੇ ਨੇ, ਚਾਹੇ GST ਲੱਗੇ, ਚਾਹੇ ਤਿਲਕਾਣੇ ਕਾਲੇ ਕਾਨੂੰਨ ਆਉਣ, ਚਾਹੇ ਧਾਰਾ 370 ਹਟਾਈ ਜਾਵੇ, ਚਾਹੇ ਕੋਈ ਕੇਂਦਰ ਵੱਲੋਂ ਜਾਂ ਪੰਜਾਬ ਵੱਲੋਂ ਹੋਰ ਚਪੇੜ ਸਾਡੇ ਲਾਈ ਜਾਵੇ। ਅਸੀਂ ਕਹਿੰਦੇ ਹਾਂ ਅਸੀਂ ਆਪਣੇ ਘਰ 'ਚ ਠੀਕ ਹਾਂ, ਕੋਈ ਗੱਲ ਨਹੀਂ, ਸਾਰੀ ਦੁਨੀਆ ਝੇਲ ਰਹੀ ਹੈ, ਅਸੀਂ ਵੀ ਝੇਲ ਲਾਂਗੇ। ਪਰ ਜਿੱਦਣ ਤੁਹਾਡੇ ਗੁਰੂ ਘਰਾਂ ਦੇ ਅੰਦਰ ਜਾਂ ਧਾਰਮਿਕ ਸਥਾਨਾਂ ਦੇ ਅੰਦਰ ਅਜਿਹੀਆਂ ਕਰਤੂਤਾਂ ਹੋਣ ਲੱਗ ਜਾਣ ਜਿਹੜੀਆਂ ਤੁਹਾਡੀ ਰੂਹ ਨੂੰ ਗਵਾਰਾ ਨਾ ਹੋਣ, ਜਿਹੜੀਆਂ ਤੁਹਾਡੀ ਗੁਰੂ ਨੂੰ ਗਵਾਰਾ ਨਾ ਹੋਣ, ਤੇ ਫਿਰ ਅਸੀਂ ਇਹ ਸੋਚੀਏ ਵੀ ਕੋਈ ਗੱਲ ਨਹੀਂ, ਰੱਬ ਆਪੇ ਦੇਖੂ ਇਹਨਾਂ ਨੂੰ। ਰੱਬ ਆਪੇ ਨਹੀਂ ਦੇਖੂ, ਰੱਬ ਤੁਹਾਨੂੰ ਵੀ ਵੇਖਦਾ ਹੈ। ਤੇ ਮੇਰੇ ਪੁੱਤ ਨੇ, ਇਨ ਪੁੱਤਰੋਂ ਕੇ ਸੀਸ ਪੇ ਵਾਰ ਦਿਏ ਸੋ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਦੇਖਦਾ ਆ ਵੀ ਕਿੰਨੇ ਕੀ ਜਿਉਂਦੇ ਨੇ, ਕਿੰਨੇ ਕੇ ਦੇ ਅੰਦਰ ਹੈਗੀ ਹੈ ਉਹ ਹਿੰਮਤ ਕਿ ਆਪਣੇ ਆਪ ਆਪਣਾ ਮਤਲਬ ਪਰਿਵਾਰ ਬਚਾ ਸਕਣ। ਕਿਉਂਕਿ ਇਹ ਸਿਰਫ ਇੱਕ ਮੇਰੇ ਪਰਿਵਾਰ ਦੀ 6 ਜੀ ਉਹ ਨਹੀਂ ਹੈ, ਸਿੱਖ ਕੌਮ ਪੂਰਾ ਪਰਿਵਾਰ ਹੈ। ਕੀ ਅਸੀਂ ਉਹਨੂੰ ਬਚਾ ਰਹੇ ਹਾਂ? ਕੀ ਅਸੀਂ ਗੁਰੂ ਘਰਾਂ ਦੇ ਵਿੱਚ ਹੁੰਦਾ ਨੰਗਾ ਨਾਚ ਬੰਦ ਕਰ ਰਹੇ ਹਾਂ? ਬੇਸ਼ਰਮੀ ਦਾ, ਬਦਤਮੀਜ਼ੀ ਦਾ, ਲੁੱਟਾਂ ਖੋਹਾਂ ਦਾ, ਭ੍ਰਸ਼ਟਾਚਾਰ ਦਾ। ਮੇਰੀ ਲੜਾਈ ਬਸ ਇੰਨੀ ਹੈ, ਸਾਡੀ ਲੜਾਈ ਬਸ ਇੰਨੀ ਹੈ, ਸੰਗਤ ਦੀ ਲੜਾਈ ਬਸ ਇੰਨੀ ਹੈ। ਕੁਝ ਸਵਾਲ ਪੁੱਛੇ ਸੀ, ਉਹਨਾਂ ਦੇ ਜਵਾਬ ਦੇ ਦਿੰਦੇ। ਧਾਮੀ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੀ ਸ਼ੁਰੂਆਤ ਦੇ ਵਿੱਚ, ਜਦੋਂ ਤੱਕ ਉਹਨਾਂ ਨੇ ਆਪਣੀ ਗਰਿਮਾ ਨਹੀਂ ਭੁੱਲੀ। ਜਦੋਂ ਉਹ ਬਦਸਲੂਕੀ ਦੇ ਉਤਰੇ ਤਾਂ ਫਿਰ ਮੈਂ ਵੀ ਬਦਸਲੂਕੀ ਤੇ ਉਤਰਿਆ। ਮੈਨੂੰ ਕਹਿੰਦੇ ਆ ਕੋਈ ਗੁਰੇਜ਼ ਨਹੀਂ ਇਸ ਦੇ ਵਿੱਚ। ਹੱਥ ਬੰਨ੍ਹ ਕੇ ਸੰਗਤ ਤੋਂ ਮਾਫੀ ਵੀ ਮੰਗ ਲਈ ਕਿ ਅਗਰ ਤੁਹਾਨੂੰ ਮੇਰੇ ਸ਼ਬਦ ਮਾੜੇ ਲੱਗੇ ਤਾਂ ਮਾਫ ਕਰੋ ਮੈਨੂੰ। ਪਰ ਸਵਾਲ ਮੇਰੇ ਉੱਥੇ ਹੀ ਨੇ। ਇਸ ਕਰਕੇ ਜਵਾਬ ਦੇ ਦੋਗੇ ਬਹੁਤ ਚੰਗਾ, ਨਹੀਂ ਤਾਂ ਗੁਰਦੁਆਰਾ ਸੁਧਾਰ ਲਹਿਰ ਮੈਂ ਜਿੱਦਾਂ ਕਹਿਤਾ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਆ, ਤੇ ਇਸ ਵਾਰ ਸੁਧਾਰ ਕੇ ਰਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ SGPC ਦੀਆਂ ਇਲੈਕਸ਼ਨਸ ਵੀ ਹੋਣੀਆਂ, ਤੇ ਮੈਂ ਪਹਿਲਾਂ ਵੀ ਐਪੀਸੋਡਸ ਦੇ ਵਿੱਚ ਕਹਿ ਚੁੱਕਿਆ ਹਾਂ, ਜਿਹੜੇ ਵੀ ਆਪਣੇ ਡੰਡੇ ਆਪਣੇ ਝੰਡੇ ਛੱਡ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ। ਇਹ ਨਹੀਂ ਹੈ ਵੀ ਤੁਸੀਂ ਆਪਣੀਆਂ ਪਾਰਟੀਆਂ ਬੰਦ ਕਰ ਦਿਓ ਜਾਂ ਜਿਹੜੀ ਜਥੇਬੰਦੀਆਂ ਬਣਾਈਆਂ ਉਹ, ਪਰ ਇੱਕ ਨਿਸ਼ਾਨ ਸਾਹਿਬ ਥੱਲੇ ਜਿਹਨਾਂ ਨੇ ਸਿਰ ਜੋੜ ਲਿਆ, ਭਾਈ ਬਲਦੇਵ ਸਿੰਘ ਜੀ ਵਡਾਲਾ ਜੀ ਹੋ ਗਏ, ਭਾਈ ਬਲਦੇਵ ਸਿੰਘ ਸਿਰਸਾ ਜੀ ਹੋ ਗਏ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਉਸ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਦੇ ਸਿੰਘ ਉਸ ਦਿਨ ਇਕੱਤਰ ਹੋਏ ਸੀਗੇ ਚੰਡੀਗੜ੍ਹ, ਤੇ ਉਹ ਸਾਰੇ ਐਗਰੀ ਨੇ, ਇੱਕ ਪਲੇਟਫਾਰਮ ਦੇ ਉੱਤੇ ਆ ਗਏ। ਇੱਦਾਂ ਹੀ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕਿਹਨੂੰ ਤੁਸੀਂ ਅੱਗੇ ਜਾ ਕੇ ਵੋਟਾਂ ਪਾਣੀਆਂ ਨੇ ਜਾਂ ਕਿਹਦੇ ਹੱਕ 'ਚ ਵੋਟਾਂ ਭੁਗਤਾਣੀਆਂ ਨੇ। ਇੱਕੋ ਹੀ ਗਰੁੱਪ ਹੋਊਗਾ, ਜਥੇਬੰਦੀਆਂ ਜਿੰਨੀਆਂ ਮਰਜ਼ੀ ਹੋਣ, ਜਿਹੜੇ ਇੱਕ ਡੰਡੇ ਇੱਕ ਝੰਡੇ ਥੱਲੇ ਇਕੱਠੀਆਂ ਹੋਣਗੀਆਂ ਤਾਂ ਸਮਝ ਲੈਣਾ ਵੀ ਇਹ ਪੰਥ ਦੀ ਸੇਵਾ ਕਰਨ ਵਾਲੇ ਨੇ, ਤੇ ਜਿਹੜੇ ਆਪਣੀ ਆਪਣੀ ਡਬਲੀ ਵਜਾਣਗੇ ਤਾਂ ਸਮਝ ਲੈਣਾ ਵੀ ਇਹ ਕੇਂਦਰ ਵੱਲੋਂ ਜਾਂ ਇਹਨਾਂ ਵੱਲੋਂ ਹੀ ਸੈੱਟ ਕੀਤੇ ਹੋਏ ਨੇ, ਜਿਹੜੇ ਨੇ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਕਰਨੀ ਕਿ ਵੋਟਾਂ ਇੱਧਰਲੇ ਪਾਸੇ ਨਾ ਪੈਣ, ਥੋੜ੍ਹੀਆਂ ਜੇ ਇੱਧਰ ਪੈ ਜਾਣ, ਥੋੜ੍ਹੀਆਂ ਇੱਧਰ ਪੈ ਜਾਣ, ਤੇ ਬਹੁਤੀਆਂ ਉੱਧਰ ਭੁਗਤ ਜਾਣ। ਸੋ ਤੁਸੀਂ ਆਪ ਸਮਝਦਾਰ ਹੋ, ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ। ਬਾਕੀ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖੋ, ਉਸ ਪਰਮਾਤਮਾ ਤੇ ਭਰੋਸਾ ਰੱਖੋ, ਸਭ ਕੁਝ ਚੰਗਾ ਹੋਏਗਾ। ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।